ਪੂਰਿਆਂ ਵਾਲੇ ਰਾਜੇ ਕੀਤੇ ਭਾਗ 28। ਸ਼ਹੀਦੀ ਭਾਈ ਤਾਰਾ ਸਿੰਘ ਜੀ ਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਨੌਸ਼ਹਿਰਾ ਢਾਲਾ ਜੋ ਭਾਰਤ ਦੀ ਪੱਛਮੀ ਸਰਹੱਦ ਤੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ, ਵਿੱਚ ਕੁਝ ਸਿੱਖ ਵਾਹੀ ਕਰਦੇ ਸਨ। ਉਥੋਂ ਦਾ ਚੌਧਰੀ ਸਾਹਿਬ ਰਾਏ ਬੜਾ ਆਪ ਹੁਦਰਾ ਤੇ ਹੰਕਾਰਿਆ ਹੋਇਆ ਬੰਦਾ ਸੀ। ਸਿੱਖਾਂ ਨਾਲ ਇਸ ਨੂੰ ਬੜੀ ਨਫ਼ਰਤ ਤੇ ਕਿੜ ਸੀ। ਇਹ ਆਪਣੀਆਂ ਘੋੜੀਆਂ ਖੇਤਾਂ ਵਿੱਚ ਖੁੱਲੀਆਂ ਛੱਡ ਦਿੰਦਾ, ਜੋ ਖਾਣ ਨਾਲੋਂ ਮਿੱਧ ਕੇ ਫਸਲ ਦਾ ਜ਼ਿਆਦਾ ਨੁਕਸਾਨ ਕਰਦੀਆਂ। ਜੱਟ ਨੂੰ ਫਸਲ ਔਲਾਦ ਵਾਂਗ ਪਿਆਰੀ ਹੁੰਦੀ ਹੈ। ਕਿਸਾਨ ਹੋਰ ਸਾਰੇ ਨੁਕਸਾਨ ਜਰ ਸਕਦਾ, ਪਰ ਫਸਲ ਦਾ ਉਜਾੜਾ ਤੇ ਉਸ ਦੀ ਜ਼ਮੀਨ ਨਾਲ ਕੋਈ ਛੇੜਖਾਨੀ ਝੱਲਣੀ ਉਸ ਲਈ ਅਸੰਭਵ ਹੈ। ਚੌਧਰੀ ਸਾਹਿਬ ਰਾਏ ਸਰਾਸਰ ਹਿੱਕ ਦਾ ਧੱਕਾ ਕਰ ਰਿਹਾ ਸੀ। ਪੜਾਣੀਏ ਆਲੀ ਸਿੰਘ ਤੇ ਗੁਰਬਖਸ਼ ਸਿੰਘ ਜੋ ਖੇਤੀ ਕਰਦੇ ਸਨ ਨੇ ਚੌਧਰੀਆਂ ਪਾਸ ਆ ਕੇ ਫਸਲ ਦੇ ਉਜਾੜੇ ਦਾ ਦੁੱਖੜਾ ਫੋਲਿਆ ਤਾਂ ਚੌਧਰੀ ਅੱਗੋਂ ਚਮਕ ਪਿਆ। ਕਿਹਾ ਕਿ ਮੈਂ ਤੁਹਾਨੂੰ ਸਰਕਾਰ ਦੇ ਦੋਖੀਆਂ ਨੂੰ ਜਰੀ ਬੈਠਾ ਹਾਂ। ਤੁਸੀਂ ਮੇਰੀਆਂ ਘੋੜੀਆਂ ਚਰਦੀਆਂ ਨਹੀਂ ਜਰ ਸਕਦੇ। ਮੇਰੇ ਅਹਿਸਾਨ ਦਾ ਇਹ ਬਦਲਾ। ਤੁਹਾਨੂੰ ਆਖਿਆ ਜੋ ਕੁਝ ਨਹੀਂ, ਤੁਸੀਂ ਮਸਤ ਹੋ ਗਏ। ਮੇਰੇ ਬਚਾਏ ਜਿਉਂਦੇ ਫਿਰਦੇ ਹੋ। ਹੁਣ ਤੁਹਾਡੀ ਰਿਪੋਰਟ ਦੇ ਦਿਆਂ ਤਾਂ ਸਵੇਰ ਨੂੰ ਟੱਬਰਾਂ ਸਮੇਤ ਲਾਹੌਰ ਲੈ ਜਾ ਕੇ ਕੋਹਲੂ ਵਿੱਚ ਪੀੜ ਦੇਣਗੇ। ਕੀ ਸਮਝਦੇ ਹੋ ਆਪਣੇ ਆਪ ਨੂੰ? ਸਿੰਘਾਂ ਬੜੀ ਨਰਮੀ ਨਾਲ ਕਿਹਾ ਕਿ ਚੌਧਰੀ ਸਾਹਿਬ, ਤੁਹਾਡੇ ਅਹਿਸਾਨ ਨੂੰ ਮੰਨਦੇ ਹਾਂ, ਤੁਹਾਡਾ ਸਤਿਕਾਰ ਕਰਦੇ ਹਾਂ। ਅਸੀਂ ਕਦੀ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ। 10 ਨੋਹਾਂ ਦੀ ਕਿਰਤ ਕਰਦੇ ਹਾਂ, ਤੁਹਾਡੇ ਕਹੇ ਨੂੰ ਸਿਰ ਮੱਥੇ ਰੱਖਦੇ ਹਾਂ। ਅਸਾਂ ਤਾਂ ਇਹੋ ਮਿੰਨਤ ਕੀਤੀ ਹੈ ਕਿ ਘੋੜੀਆਂ ਫਸਲਾਂ ਦਾ ਬੜਾ ਨੁਕਸਾਨ ਕਰਦੀਆਂ ਹਨ। ਜੇ ਇਹਨਾਂ ਨੂੰ ਬੰਨ੍ਹ ਕੇ ਰੱਖੋ, ਬੇਸ਼ੱਕ ਪੱਠੇ ਸਾਡੇ ਹੀ ਵਢਾ ਕੇ ਪਵਾ ਲਓ ਤਾਂ ਕੋਈ ਹਰਜ ਨਹੀਂ, ਫਸਲਾਂ ਬਚ ਜਾਣਗੀਆਂ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਬੰਨ੍ਹ ਕੇ ਰੱਖੋ ਦਿਆਂ ਸ਼ਬਦਾਂ ਨੇ ਤਾਂ ਚੌਧਰੀ ਨੂੰ ਸੱਤੀ ਕੱਪਣੀ ਅੱਗ ਲਾ ਦਿੱਤੀ। ਚੌਧਰੀ ਰੋਹ ਨਾਲ ਬੋਲਿਆ ਕਿ ਚਲੇ ਜਾਓ ਇੱਥੋਂ ਤੇ ਆਪਣੀਆਂ ਜਾਨਾਂ ਦੀ ਖੈਰ ਮਨਾਓ। ਜ਼ਿਕਰਯੋਗ ਹੈ ਕਿ ਇਹ ਘੋੜੀਆਂ 2 ਸਨ। ਇੱਕ ਬੜੀ ਤਕੜੀ ਵਧੀਆ ਨਸਲ ਦੀ ਘੋੜੀ ਤੇ ਮਗਰ ਉਸ ਦੀ ਓਡੀ ਬਸ਼ੇਰੀ। ਦੋਵੇਂ ਕੀਮਤੀ ਜਾਨਵਰ ਸਨ। ਇਹ ਵੀ ਖੂਬੀ ਸੀ ਕਿ ਖੁੱਲੀਆਂ ਬਾਹਰ ਚੁਗਦੀਆਂ ਨੂੰ ਇਹਨਾਂ ਦੇ ਸੰਭਾਲੂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਫੜ ਸਕਦਾ। ਓਪਰੇ ਬੰਦੇ ਨੂੰ ਲਾਗੇ ਨਹੀਂ ਸਨ ਟੁਕਣ ਦਿੰਦੀਆਂ। ਉਹਨਾਂ ਨੂੰ ਫੜ ਲੈਣਾ ਤਾਂ ਇੱਕ ਪਾਸੇ ਰਿਹਾ, ਪਰ ਦੋਹਾਂ ਭਰਾਵਾਂ ਅੱਗੇ ਇਹਨਾਂ ਮਾਵਾਂ ਧੀਆਂ ਦੀ ਕੋਈ ਪੇਸ਼ ਨਾ ਗਈ। ਘੋੜੀਆਂ ਤਾਂ ਇੰਜ ਹੀ ਚਰਨਗੀਆਂ। ਬੰਨਣ ਲਈ ਮੇਰੇ ਪਾਸ ਰੱਸੇ ਨਹੀਂ। ਜੇ ਜ਼ਰੂਰ ਹੀ ਬਣਵਾਉਣੀਆਂ ਹਨ ਤਾਂ ਆਪਣੇ ਕੇਸ ਦਾੜੀਆਂ ਮੁੰਨ ਕੇ ਦੇ ਜਾਓ, ਮੈਂ ਇਹਨਾਂ ਦੇ ਰੱਸੇ ਵਟਾ ਕੇ ਪਵਾ ਦਿਆਂਗਾ। ਚੌਧਰੀ ਦੇ ਇਹ ਕਬੋਲ ਸਿੰਘਾਂ ਦੇ ਸੀਨੇ ਚੀਰ ਗਏ। ਇਸ ਤੋਂ ਵੱਡੀ ਹੋਰ ਕੀ ਨਰਾਦਰੀ ਹੋ ਸਕਦੀ ਸੀ। ਥਾਂ ਤੇ ਹੀ ਬਦਲਾ ਲੈ ਲੈਣ ਦੀ ਸਮਰੱਥਾ ਨਹੀਂ ਸੀ। ਝਿੱਸੀਆਂ ਵੱਟ ਕੇ ਘਰਾਂ ਨੂੰ ਉੱਠ ਗਏ। ਘੋੜੀਆਂ ਦੇ ਉਜਾੜੇ ਦੇ ਨਾਲ ਚੌਧਰੀ ਨੇ ਜੋ ਹੋਰ ਵਿੜੀ ਚੜਾ ਦਿੱਤੀ ਸੀ, ਉਹ ਉਹਨਾਂ ਨੂੰ ਮੁੜ ਮੁੜ ਸੱਲ ਪਾ ਰਹੀ ਸੀ। ਅਣਖ ਕਾਤਰ ਬੰਦਾ ਸਿਰ ਦੀ ਵੀ ਬਾਜ਼ੀ ਲਾ ਦਿੰਦਾ ਹੈ। ਹੁਣ ਤਾਂ ਸਿਰੋਂ ਪਾਣੀ ਲੰਘ ਗਿਆ ਸੀ। ਦੋਵੇਂ ਭਰਾ ਸਿੱਧੇ ਪਿੰਡ ਭੁੱਸੇ ਨੂੰ ਵਗ ਤੁਰੇ। ਇਹ ਨੌਸ਼ਹਿਰਿਓਂ 3 ਕੋਹਾਂ ਦੀ ਵਿੱਥ ਤੇ ਹੈ। ਬਘੇਲ ਸਿੰਘ ਤੇ ਅਮਰ ਸਿੰਘ 2 ਸਕੇ ਭਰਾ ਤੇ ਰਾਠ ਸਿੰਘ ਸਨ। ਜਾ ਫਤਿਹ ਬੁਲਾਈ ਤੇ ਸਾਰਾ ਹਾਲ ਦੱਸਿਆ। ਕੇਸਾਂ ਦਾੜਿਆਂ ਬਾਬਤ ਚੌਧਰੀ ਦੇ ਕਬੋਲਾਂ ਨੇ ਇਹਨਾਂ ਨੂੰ ਹੋਰ ਵੀ ਤਮਕ ਚੜਾ ਦਿੱਤੀ। ਬਘੇਲ ਸਿੰਘ ਨੇ ਕਿਹਾ ਕਿ ਚੌਧਰੀ ਨੇ ਬੜਾ ਵਾਅਦਾ ਕੀਤਾ ਹੈ। ਕੇਸਾਂ ਦੇ ਰੱਸਿਆਂ ਵੱਟਣ ਵਾਲੀ ਗੱਲ ਤਾਂ ਸਾਥੋਂ ਵੀ ਨਹੀਂ ਲਿਆਰੀ ਜਾਂਦੀ। ਘੋੜੀਆਂ ਨੂੰ ਤਾਂ ਐਸੇ ਰੱਸੇ ਪਾਵਾਂਗੇ ਕਿ ਯਾਦ ਪਿਆ ਕਰੂ। ਇੱਕ ਗੱਲ ਵਿਚਾਰ ਲਓ, ਘੋੜੀਆਂ ਤਾਂ ਅਸੀਂ ਪਲ ਵਿੱਚ ਹੀ ਖਪਾ ਦਿਆਂਗੇ। ਚੌਧਰੀ ਸਰਕਾਰ ਨਾਲ ਢੋ ਕਰਕੇ ਹੈਂਕੜ ਵਿਖਾਉਂਦਾ ਹੈ। ਮਗਰੋਂ ਤੁਹਾਡੇ ਤੇ ਬੜਾ ਕੱਸ ਪਊਗਾ। ਜੀਆ ਜੰਤ ਨੂੰ ਵੀ ਜਿੱਚ ਕਰੂਗਾ। ਗੁਰਬਖਸ਼ ਸਿੰਘ ਹੋਰਾਂ ਕਿਹਾ, ਕੁਝ ਵੀ ਹੋਵੇ ਸਿਰ ਪਈ ਚੱਲਾਂਗੇ, ਪਰ ਗੀਦੀ ਬਣ ਕੇ ਨਹੀਂ ਜੀਵਿਆ ਜਾਂਦਾ। ਸਿੰਘਾਂ ਕਿਹਾ ਕਿ ਤੁਸੀਂ ਘਰ ਦੇ ਜੀ ਕੁਝ ਚਿਰ ਲਈ ਆਸੇ-ਪਾਸੇ ਕਰ ਦਿਓ ਤੇ ਘੋੜੀਆਂ ਨੂੰ ਰੱਸੇ ਪੈ ਗਏ ਸਮਝੋ। ਦੋਹਾਂ ਭਰਾਵਾਂ ਟੱਬਰ ਟੋਰ ਦੂਰ ਨੇੜੇ ਰਿਸ਼ਤੇਦਾਰਾਂ ਪਾਸ ਘਲਾ ਦਿੱਤੇ ਤੇ ਆਪ ਵੀ ਪਿੰਡੋਂ ਖਿਸਕ ਗਏ। ਅਗਲੇਰੇ ਦਿਨ ਬਘੇਲ ਸਿੰਘ ਹੋਰਾਂ ਘੋੜੀਆਂ ਕੱਢ ਕੇ ਲਖਮੀਰ ਸਿੰਘ ਸੰਧੂ ਘਰਿਆਲੀਏ ਨੂੰ ਜਾ ਫੜਾਈਆਂ। ਉਸ ਨੇ ਦਰਿਆ ਸਤਲੁਜ ਟਪਾ ਮਾਲਵੇ ਜਾ ਵਾੜੀਆਂ ਤੇ ਸਰਦਾਰ ਆਲਾ ਸਿੰਘ ਪਟਿਆਲੇ ਪਾਸ ਜਾ ਵਿਚੀਆਂ।
ਵਟਕ ਲਿਆ ਢਿੱਲੋਂ ਭਰਾਵਾਂ ਨੂੰ ਫੜਾਈ। ਬਘੇਲ ਸਿੰਘ, ਅਮਰ ਸਿੰਘ ਢਿੱਲੋਂ ਗੋਤਰ ਸਨ ਤੇ ਉਹਨਾਂ ਨੇ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੀ। ਗੁਰਬਖਸ਼ ਸਿੰਘ, ਆਲੀ ਸਿੰਘ ਪਢਾਣੀਏ ਭਰਾ, ਬਘੇਲ ਸਿੰਘ ਤੇ ਅਮਰ ਸਿੰਘ, ਇਹ ਚਾਰੇ ਭਰਾ ਤਾਰਾ ਸਿੰਘ ਵਾਂ ਦੇ ਵਾੜੇ ਆ ਗਏ। ਉਹਨਾਂ ਨੂੰ ਪਤਾ ਸੀ ਕਿ ਚੌਧਰੀ ਨੇ ਪੁਲਿਸ ਲੈ ਕੇ ਪਿੱਛਾ ਕਰਨਾ ਤੇ ਭਾਈ ਤਾਰਾ ਸਿੰਘ ਦੇ ਵਾੜੇ ਨਾਲੋਂ ਹੋਰ ਕੋਈ ਵੱਡੀ ਠਾਰ ਨਹੀਂ। ਵਾਂ ਪਿੰਡ ਅੱਜ ਦੇ ਭਾਰਤ ਦੀ ਪੱਛਮੀ ਸਰਹੱਦ ਲਾਗੇ ਖਾਲੜਾ ਥਾਣਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਤਕੜਾ ਪਿੰਡ ਹੈ। ਵੰਡ ਤੋਂ ਪਹਿਲਾਂ ਲਾਹੌਰ ਵਿੱਚ ਸੀ। ਭਾਈ ਤਾਰਾ ਸਿੰਘ, ਜੋ ਇਸ ਪਿੰਡ ਦੇ ਵਾਸੀ ਸਨ, ਨੇ ਪਿੰਡੋਂ ਬਾਹਰ ਆਪਣੇ ਖੇਤਾਂ ਵਿੱਚ ਕੱਚਾ ਬੁਰਜ ਉਸਾਰ ਕੇ ਕੋਠੇ ਪਾਏ ਹੋਏ ਸਨ ਤੇ ਨਾਲ ਇੱਕ ਤਕੜਾ ਵਾੜਾ ਵਲਿਆ ਹੋਇਆ ਸੀ। ਭਾਈ ਤਾਰਾ ਸਿੰਘ ਜੀ ਅੰਮ੍ਰਿਤਧਾਰੀ, ਵਾਹਿਗੁਰੂ ਦਾ ਭਜਨ ਕਰਨ ਵਾਲੇ ਬੜੇ ਸਿਦਕੀ ਸਿੰਘ ਸਨ। ਵਾਹੀ ਖੇਤੀ ਕਰਕੇ ਜੋ ਅੰਨ ਦਾਣਾ ਪੈਦਾ ਕਰਦੇ, ਉਸ ਨਾਲ ਲੰਗਰ ਚਲਾਉਂਦੇ ਤੇ ਆਏ ਗਏ ਦੀ ਸੇਵਾ ਕਰਦੇ। ਦੂਰ ਤੱਕ ਇਹਨਾਂ ਦੀ ਸ਼ੋਭਾ ਸੀ। ਮੁਗਲ ਸਰਕਾਰ ਦੇ ਵਿਰੁੱਧ ਲੜਨ ਵਾਲੇ ਹਥਿਆਰਬੰਦ ਸਿੰਘਾਂ ਲਈ ਇਹਨਾਂ ਦਾ ਵਾੜਾ ਬੜੀ ਵੱਡੀ ਠਾਰ ਸੀ। ਵਾੜੇ ਦੇ ਵਿਚਕਾਰ ਇੱਕ ਚੋਖਾ ਡੂੰਘਾ ਕੁੰਡ ਪੁੱਟਿਆ ਹੋਇਆ ਸੀ, ਜਿਸ ਵਿੱਚ ਬੜੀਆਂ ਮੋਟੀਆਂ ਲੱਕੜਾਂ ਦੇ ਮੋਛੇ ਸੁੱਟ ਕੇ ਅੱਗ ਲਾਈ ਹੁੰਦੀ, ਜੋ ਸਿਆਲ ਵਿੱਚ ਅੱਠੇ ਪੈਰ ਧੁਖਦੀ ਮੱਘਦੀ ਰਹਿੰਦੀ। ਖਾੜਕੂ ਸਿੰਘ ਰਾਤ ਬਰਾਤੇ ਆਉਂਦੇ, ਲਾਗੇ ਪਏ ਰੁੱਖਾਂ ਦੇ ਮੁੱਢਾਂ ਦੇ ਖੁੰਘਾਂ ਨਾਲ ਘੋੜਿਆਂ ਦੀਆਂ ਲਗਾਮਾਂ ਅੜਾਉਂਦੇ, ਲੰਗਰੋਂ ਪ੍ਰਸ਼ਾਦਾ ਛਕਦੇ ਅਤੇ ਜੇ ਕੁਝ ਕੋਲ ਹੁੰਦਾ ਤਾਂ ਲੰਗਰ ਦੀ ਭੇਟਾ ਕਰ ਦਿੰਦੇ। ਪੈਰ ਦੋ ਪੈਰ ਕੁੰਡ ਦੁਆਲੇ ਨਿੱਘ ਵਿੱਚ ਆਰਾਮ ਕਰਦੇ, ਢੌਂਕਾ ਲਾ ਥਕੇਵਾਂ ਅਕੜੇਵਾਂ ਭੰਨ ਮੁੜ ਅਰਾਕਿਆਂ ਦੇ ਤੰਗ ਕੱਸਦੇ ਅਤੇ ਪੈਰ ਦੇ ਤੜਕੇ ਹਨੇਰੇ ਹਨੇਰੇ ਕਿਸੇ ਨਵੇਂ ਸ਼ਿਕਾਰ ਦੀ ਟੋਹ ਵਿੱਚ ਝੰਡੇ ਬੁਲੰਦ ਕਰ ਜਾਂਦੇ। ਆਮ ਲੋੜਵੰਦਾਂ, ਥੋੜਿਆਂ ਤੇ ਟੁੱਟਿਆਂ ਲੋਕਾਂ ਅਤੇ ਰਾਠ ਸਿੰਘਾਂ ਲਈ ਭਾਈ ਤਾਰਾ ਸਿੰਘ ਦਾ ਵਾੜਾ ਬੜਾ ਵੱਡਾ ਆਸਰਾ ਸੀ। ਇੱਕ ਪੱਖੋਂ ਇਹ ਕੋਈ ਸਧਾਰਨ ਵਾੜਾ ਨਹੀਂ ਸੀ, ਬੜਾ ਵੱਡਾ ਕਿਲਾ ਸੀ ਤੇ ਇਸ ਦਾ ਕਿਲੇਦਾਰ ਸੀ ਭਾਈ ਤਾਰਾ ਸਿੰਘ। ਇਸ ਕਿਲੇ ਦੀ ਕੋਈ ਫਸੀਲ ਕੰਧ, ਬੁਰਜ ਜਾਂ ਖਾਈ ਆਦਿ ਨਹੀਂ ਸੀ। ਭਾਈ ਜੀ ਦੀ ਬਲਵਾਨ ਤੇ ਮਹਾਨ ਆਤਮਾ, ਜਿਸ ਨੂੰ ਕਿਸੇ ਸੜੀ ਸਰਕਾਰ ਦਾ ਡਰ ਭਉ ਨਹੀਂ ਸੀ, ਜੋ ਲੋੜਵੰਦਾਂ ਤੇ ਦੁਖੀਆਂ ਦੀ ਬਾਂਹ ਫੜਨ ਲਈ ਸਦਾ ਤਤਪਰ ਰਹਿੰਦੀ ਸੀ, ਇੱਕ ਸ਼ਕਤੀਸ਼ਾਲੀ ਕਿਲੇ ਦਾ ਰੂਪ ਧਾਰਨ ਕਰ ਬੈਠੀ ਸੀ। ਚਾਰੇ ਸਿੰਘ ਕਿਲੇ ਵਿੱਚ ਪਹੁੰਚ ਗਏ ਸਨ। ਚੌਧਰੀ ਸਾਹਿਬ ਰਾਏ ਸਿੰਘਾਂ ਮਗਰ ਵਾੜੇ ਵਿੱਚ। ਮੁਗਲ ਸਰਕਾਰ ਦੀ ਧਿਰ ਚੌਧਰੀ ਦੀਆਂ ਘੋੜੀਆਂ ਕੋਈ ਲੈ ਜਾਵੇ, ਹਨੇਰ ਸਾਈਂ ਦਾ ਚਾਰ ਚੁਫੇਰੇ ਥਲਕਾ ਮਚ ਗਿਆ, ਪਰ ਛੇਤੀ ਸੂਹ ਨਿਕਲ ਆਈ। ਚੌਧਰੀ ਆਪਣੇ ਹਥਿਆਰਬੰਦ ਭਾਲੂ ਨਾਲ ਲੈ ਕੇ ਪਿੰਡ ਵਾਂ ਵਾੜੇ ਵਿੱਚ ਆ ਪੁੱਜਾ। ਆਉਂਦਿਆਂ ਹੀ ਬੜੀ ਹੈਂਕੜ ਨਾਲ ਭਾਈ ਸਾਹਿਬ ਨੂੰ ਤਾੜਿਆ, ਤੇਰੇ ਡੇਰੇ ਵਿੱਚ ਸਾਡੇ ਚੋਰ ਹਨ, ਭਲਾ ਇਸੇ ਵਿੱਚ ਹੈ ਕਿ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ, ਨਹੀਂ ਤਾਂ ਤੈਨੂੰ ਸਾਡੇ ਹੱਥਾਂ ਦਾ ਪਤਾ ਹੈ। ਚੋਰਾਂ ਵਾਲੀ ਹੀ ਦੁਰਦਸ਼ਾ ਤੇਰੀ ਕਰਾਂਗੇ ਤੇ ਜੋ ਪ੍ਰਪੰਚ ਰਚ ਕੇ ਇਹ ਵਾੜਾ ਬਣਾਇਆ ਹੋਇਆ ਹੈ, ਜੋ ਅਸਲ ਵਿੱਚ ਲੁਟੇਰਿਆਂ ਧਾੜਵੀਆਂ ਦਾ ਅੱਡਾ ਹੈ, ਪਲ ਵਿੱਚ ਸਾੜ ਫੂਕ ਕੇ ਸਵਾਹ ਕਰ ਦਿਆਂਗੇ। ਤੇਰੀਆਂ ਮੁਸ਼ਕਾਂ ਬੰਨ ਕੇ ਲਾਹੌਰ ਸੁੱਟਾਂਗੇ। ਛੇਤੀ ਕੱਢ ਬਾਹਰ ਸਾਡੇ ਚੋਰ ਤੇ ਕਰ ਹਵਾਲੇ। ਭਾਈ ਸਾਹਿਬ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਕਿ ਸਾਡੇ ਪਾਸ ਸਭ ਗੁਰੂ ਕੇ ਲਾਲ ਹੀ ਹਨ, ਇੱਥੇ ਚੋਰਾਂ ਲੁਟੇਰਿਆਂ ਦਾ ਕੀ ਕੰਮ। ਚੋਰ ਤੇ ਸੀਨਾ ਜ਼ੋਰ ਤੁਸੀਂ ਹੋ, ਜੋ ਗਰੀਬ ਕਿਰਤੀਆਂ ਦੀਆਂ ਫਸਲਾਂ ਉਜਾੜਦੇ ਹੋ। ਚੌਧਰੀ ਨੂੰ ਅੱਗੋਂ ਇਹੋ ਜਿਹੇ ਉੱਤਰ ਦੀ ਸੁਪਨੇ ਵਿੱਚ ਵੀ ਆਸ ਨਹੀਂ ਸੀ। ਉਹ ਤਾਂ ਸਮਝਦਾ ਸੀ ਕਿ ਉਸ ਦੇ ਜਾਹੋ ਜਲਾਲ ਨੂੰ ਵੇਖ ਕੇ ਭਾਈ ਤਾਰਾ ਸਿੰਘ ਗਲ ਵਿੱਚ ਪੱਲਾ ਪਾ ਕੇ ਭੁੱਲਾਂ ਬਖਸ਼ਾਵੇਗਾ ਤੇ ਚਾਰੇ ਬੰਦੇ ਉਸ ਦੇ ਹਵਾਲੇ ਕਰ ਦੇਵੇਗਾ। ਪਰ ਅੱਗੋਂ ਇਹ ਕੀ ਬਣਿਆ? ਆਪਣੇ ਬੰਦਿਆਂ ਸਾਹਮਣੇ ਇੱਕ ਮਾਮੂਲੀ ਸਿੱਖ ਪਾਸੋਂ ਐਸੀ ਹੇਠੀ ਕਾਹਦਾ ਰੋਬ ਦਾਬ ਹੋਇਆ। ਇੱਥੇ ਕੁਛ ਨਾ ਕੀਤਾ ਤਾਂ ਜਣਾ ਖਣਾ ਅੱਗੇ ਆਕੜੂ। ਆਪਣੀ ਚੌਧਰ ਦਾ ਦਬਦਬਾ ਅਸਮਾਨ ਤੇ ਚੜਾਉਣ ਲਈ ਕੜਕ ਕੇ ਬੋਲਿਆ, ਤੁਸਾਂ ਲੋਕਾਂ ਨੇ ਸਿੱਧੇ ਤਰੀਕੇ ਨਾਲ ਗੱਲ ਨਹੀਂ ਸਮਝਣੀ, ਜੁੱਤੀਆਂ ਖਾ ਕੇ ਸਿੱਧਿਆਂ ਹੋਣਾ ਏ। ਭਾਈ ਤਾਰਾ ਸਿੰਘ ਨੇ ਕਿਹਾ, ਚੌਧਰੀ ਜ਼ਬਾਨ ਨੂੰ ਲਗਾਮ ਦੇ, ਘਰ ਆਏ ਦਾ ਲਿਹਾਜ਼ ਮਾਰਦਾ ਹੈ, ਨਹੀਂ ਤਾਂ ਤੇਰੀ ਜ਼ਬਾਨ ਜੜੋਂ ਖਿੱਚ ਦਿੰਦੇ। ਤੇਰਾ ਭਲਾ ਇਸੇ ਵਿੱਚ ਹੈ ਕਿ ਆਪਣਾ ਲਾਮ ਲਸ਼ਕਰ ਲੈ ਕੇ ਜਿੱਧਰੋਂ ਆਇਆ ਵਾਪਸ ਮੁੜ ਜਾ। ਹੁਣ ਜੇ ਅੱਗੋਂ ਜ਼ਬਾਨੋਂ ਕੋਈ ਕਬੋਲ ਕੱਢਿਆ ਤਾਂ ਸਾਨੂੰ ਇਲਾਜ ਕਰਨਾ ਵੀ ਆਉਂਦਾ ਹੈ। ਸ਼ੇਰਾਂ ਦੇ ਘੁਰਿਆਂ ਵਿੱਚ ਆ ਕੇ ਜਿਹੜਾ ਗਿੱਦੜ ਹਵਾਂਕੂ, ਉਹ ਜਿਉਂਦਾ ਬਚ ਕੇ ਕਿਵੇਂ ਮੁੜ ਜਾਊ। ਜਾ ਆਪਣੀ ਜਾਨ ਸਲਾਮਤ ਲੈ ਜਾ।
ਅਸੀਂ ਤੇਰੇ ਵਰਗੇ ਨੀਚ ਤੇ ਗੀਦੀ ਦਾ ਖੂਨ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ। ਸਾਰੀ ਚੰਡਾਲ ਚੌਂਕੜੀ ਲੈ ਕੇ ਰਾਹੇ ਪੈ ਜਾ। ਚੌਧਰੀ ਨੇ ਫਿਰ ਦੂਜੀ ਵਾਰ ਜਦ ਜੁੱਤੀਆਂ ਸ਼ਬਦ ਜ਼ੁਬਾਨ ਤੇ ਲਿਆਂਦਾ ਹੀ ਸੀ ਕਿ ਇੱਕ ਸਿੰਘ ਨੇ ਉਲੱਦ ਕੇ ਗਾਟੇ ਪਰਨੇ ਮਾਰਿਆ। ਉਸ ਦੇ ਫੰਡੇ ਜੇ ਪੁੱਟ ਕੇ ਭੁੰਜੇ ਖਿਲਾਰ ਦਿੱਤੇ। ਦੂਜੇ ਹੋਰ ਸਿੰਘਾਂ ਨੇ ਛਿੱਤਰਾਂ ਨਾਲ ਉਸ ਦਾ ਸਿਰ ਤੇ ਮੂੰਹ ਮੁੰਜ ਵਾਂਗ ਕੁੱਟ ਸੁੱਟਿਆ। ਨਾਲ ਹੀ ਹਮੈਤੀ ਹਥਿਆਰਬੰਦਾਂ ਤੇ ਪੁਲਿਸ ਨੇ ਖਿਸਕਣ ਲੱਗਿਆਂ ਪਲ ਨਹੀਂ ਲਾਇਆ, ਸਗੋਂ ਚੌਧਰੀ ਕੁੱਟੀ ਦਾ ਛੱਡ ਕੇ ਲੀਕਾਂ ਤੋੜ ਗਏ। ਆਖਰ ਚੌਧਰੀ ਹਾੜੇ ਕੱਢ ਕੇ ਗੁਰੂ ਦਾ ਵਾਸਤਾ ਪਾ ਕੇ ਛੁੱਟਾ। ਮੂੰਹ ਸਿਰ ਸੁੱਜ ਕੇ ਸੱਜਰੇ ਆਵਿਓਂ ਉਤਰੇ ਦੌਰੇ ਵਰਗਾ ਹੋ ਗਿਆ। ਭਾਈ ਤਾਰਾ ਸਿੰਘ ਨੇ ਕਿਹਾ, ਚੌਧਰੀ ਤੇਰੀ ਧੌਣ ਚੋਂ ਸਰਕਾਰੀ ਤਾਕਤ ਦੀ ਸ਼ਹਿ ਦਾ ਕਿੱਲਾ ਕੱਢ ਦਿੱਤਾ ਹੈ। ਤੇਰੀ ਇੱਕ ਸਰਕਾਰ ਲਾਹੌਰ ਤੇ ਦੂਜੀ ਸਰਕਾਰ ਦਿੱਲੀ ਹੈ। ਜਿਸ ਨੂੰ ਤੇਰਾ ਜੀ ਕਰੇ ਸਾਡੇ ਵੱਲੋਂ ਬੇਸ਼ੱਕ ਦੋਹਾਂ ਨੂੰ ਹੀ ਚੜਾ ਲਿਆ ਸਾਡੇ ਤੇ। ਜੇ ਤੂੰ ਵਾਕਈ ਹੀ ਆਪਣੇ ਪਿਓ ਦਾ ਪੁੱਤ ਹੈ ਤਾਂ ਆਪਣੀਆਂ ਘੋੜੀਆਂ ਲੱਭ ਕੇ ਮੁੜਾ ਕੇ ਵਿਖਾਈ। ਜਿੱਥੇ ਤੇਰਾ ਜ਼ੋਰ ਲੱਗਦਾ ਲਾ ਲੈ। ਅਸੀਂ ਗੁਰੂ ਦੀ ਕਿਰਪਾ ਨਾਲ ਇੱਥੇ ਹੀ ਗੱਜਾਂਗੇ। ਜਾ ਹੁਣ ਜਿੱਧਰ ਤੇਰਾ ਜੀ ਕਰਦਾ ਨਿਕਲ ਜਾ ਇੱਥੋਂ। ਚੌਧਰੀ ਨੇ ਬੜੀ ਨੀਵੀਂ ਆਵਾਜ਼ ਤੇ ਡਾਢੀ ਨਿਮਰਤਾ ਨਾਲ ਕਿਹਾ, ਮੇਰੀ ਭੁੱਲ ਬਖਸ਼ੋ, ਮੈਂ ਕਿਤੇ ਨਹੀਂ ਜਾਣਾ। ਮੇਰੇ ਮੂੰਹੋਂ ਕਬੂਲ ਨਿਕਲੇ ਜਿਸ ਦਾ ਖਮਿਆਜ਼ਾ ਮੈਂ ਭੁਗਤ ਲਿਆ ਹੈ। ਮੈਂ ਤੁਹਾਡੇ ਸਿਰ ਆਉਣ ਜੋਗਾ ਨਹੀਂ। ਮੇਰਾ ਤੁਹਾਡੇ ਨਾਲ ਕੀ ਮੁਕਾਬਲਾ ਹੈ। ਮੇਰੀ ਭੁੱਲ ਬਖਸ਼ੋ। ਇਹ ਕਹਿੰਦਾ ਹੋਇਆ ਚਾਟੇ ਦੇ ਗੱਫੇ ਦਾ ਭੰਨਿਆ ਹੋਇਆ ਚੌਧਰੀ ਵਾੜਿਓਂ ਬਾਹਰ ਨਿਕਲ ਗਿਆ। ਵਾਂ ਪਿੰਡੋਂ ਕੋਕ ਵਿੱਥ ਤੇ ਉਹਦੇ ਸਾਥੀ ਭਾਲੂ ਖੜੇ ਉਡੀਕਦੇ ਸਨ ਤੇ ਵਿਚਾਰਾਂ ਪਏ ਕਰਦੇ ਸਨ ਕਿ ਵੇਖੀਏ ਚੌਧਰੀ ਜਿਉਂਦਾ ਬਚ ਕੇ ਆਉਂਦਾ ਵੀ ਹੈ ਕਿ ਨਹੀਂ। ਕੁਝ ਚਿਰ ਬਾਅਦ ਚੌਧਰੀ ਮੂੰਹ ਸਿਰ ਵਲੇਟੀ ਤੇ ਹੂੰਗਦਾ ਹੋਇਆ ਆ ਗਿਆ। ਪੁਲਿਸ ਤੇ ਸਾਥੀਆਂ ਪੁੱਛਿਆ, ਚੌਧਰੀ ਸਾਹਿਬ ਹੁਣ ਕੀ ਕਰਨਾ ਤੇ ਕਿੱਧਰ ਨੂੰ ਚੱਲਣਾ ਹੈ। ਉਥੇ ਤਾਂ ਚੌਧਰੀ ਕਹਿ ਆਇਆ ਸੀ ਕਿ ਉਹ ਕਿਧਰੇ ਨਹੀਂ ਜਾਂਦਾ, ਪਰ ਉਸ ਦੀ ਹਾਲਤ ਬੜੀ ਮੰਦੀ ਹੋਈ ਸੀ ਤੇ ਬੇਇੱਜ਼ਤੀ ਦਾ ਬਦਲਾ ਲੈਣ ਦੀ ਕਸਕ ਨੇ ਸਾਰਿਆਂ ਨੂੰ ਪੱਟੀ ਦੇ ਫੌਜਦਾਰ ਵੱਲ ਤੋਰ ਦਿੱਤਾ। ਸਭ ਹੋਈ ਭੋਈ ਦੱਸੀ। ਜਾਫਰ ਬੇਗ ਤੇ ਉਸ ਦਾ ਭਤੀਜਾ 80 ਕੁ ਸਵਾਰਾਂ ਤੇ ਪਿਆਦਿਆਂ ਦੀ ਨਫਰੀ ਚੜਾ ਲਿਆਇਆ। ਤੜਕਸਾਰ ਵਾਂ ਪਿੰਡ ਆਣ ਲੱਥੇ। ਉਹਨਾਂ ਦਾ ਇਰਾਦਾ ਸਿੰਘਾਂ ਨੂੰ ਸੁੱਤਿਆਂ ਹੀ ਦੱਬ ਲੈਣ ਦਾ ਸੀ। ਮੂੰਹ ਹਨੇਰੇ ਸਰਦਾਰ ਬਘੇਲ ਸਿੰਘ ਜੰਗਲ ਮੈਦਾਨ ਲਈ ਬਾਹਰ ਨਿਕਲਿਆ। ਓਪਰੀਆਂ ਮਨੁੱਖੀ ਆਵਾਜ਼ਾਂ ਦੀ ਬਿੜਕ ਲੈ ਕੇ ਲਲਕਾਰਿਆ ਕਿ ਕੌਣ ਹੋ ਤੁਸੀਂ ਇਸ ਵੇਲੇ ਇੱਥੇ। ਚੌਧਰੀ ਨੇ ਆਵਾਜ਼ ਪਛਾਣ ਕੇ ਫੌਜਦਾਰ ਨੂੰ ਕਿਹਾ ਕਿ ਸਾਰੇ ਪੁਆੜੇ ਦੀ ਜੜ ਇਹੋ ਜੇ ਬਘੇਲ ਸਿੰਘ। ਸਵਾਰਾਂ ਹੁਕਮ ਪਾ ਕੇ ਸਿੰਘ ਨੂੰ ਘੇਰਨਾ ਚਾਹਿਆ। ਉਹ ਇਹੋ ਜੇ ਮੌਕਿਆਂ ਨੂੰ ਭਾਲ ਕੇ ਲੱਭਣ ਵਾਲਾ ਇਸ ਧਾੜ ਨੂੰ ਕੀ ਸਮਝਦਾ ਸੀ। ਨਹੀਂ ਚਾਹਿਆ ਕਿ ਵਾੜੇ ਵੱਲ ਪਿਛਾਂਹ ਹਟੇ ਜਾਂ ਸਿੰਘਾਂ ਨੂੰ ਆਵਾਜ਼ਾਂ ਦੇਵੇ। ਜਦ ਗੋਲੀ ਦਗੀ ਪਤਾ ਲੱਗ ਹੀ ਜਾਣਾ ਹੈ। ਮੂਰੇ ਵਧੇ ਆਉਂਦੇ ਸਵਾਰ ਦੇ ਮੱਥੇ ਵਿੱਚ ਵਗਾਤਾ ਚਲਾਵਾਂ ਜਲਦਾ ਭਰਿਆ ਗੜਵਾ ਮਾਰਿਆ ਜੋ ਉਸ ਦੇ ਹੱਥ ਵਿੱਚ ਸੀ। ਬਘੇਲ ਸਿੰਘ ਚੌਹਾਂ ਪੰਜਾਂ ਬੰਦਿਆਂ ਦੀ ਤਾਕਤ ਰੱਖਦਾ ਸੀ। ਐਸੇ ਬਲਵਾਨ ਬੰਦੇ ਦਾ ਚਲਾਇਆ ਗੜਵਾ ਥੈ ਮੱਥੇ ਵਿੱਚ ਵੱਜਾ ਤੇ ਸਵਾਰ ਘੋੜਿਓਂ ਉਲਟ ਕੇ ਭੁੰਜੇ ਆਣ ਡਿੱਗਾ। ਦੂਜੇ ਸਵਾਰ ਵੱਲ ਵੱਧ ਕੇ ਉਸ ਨੂੰ ਆਪਣੇ ਨੇਜ਼ੇ ਨਾਲ ਅੜੁੰਬ ਕੇ ਥੱਲੇ ਮਾਰਿਆ। ਸੰਘਣੇ ਰੁੱਖ ਤੇ ਉੱਤੋਂ ਹਨੇਰਾ। ਸਿੰਘ ਨੇ ਛੋਲੇ ਹੱਥ ਮਾਰ ਕੇ ਕਈ ਕਾਠੀਆਂ ਖਾਲੀ ਕਰ ਦਿੱਤੀਆਂ। ਘਾਇਲਾਂ ਦੀਆਂ ਚੀਕਾਂ ਤੇ ਸਵਾਰਾਂ ਦੇ ਲਲਕਾਰੇ, ਜਵਾਨੋ ਅੱਗੇ ਵਧੋ, ਘੇਰੋ, ਨਿਕਲ ਨਾ ਜਾਵੇ, ਬੜਾ ਰੌਲਾ ਮਚਿਆ। ਬਘੇਲ ਸਿੰਘ ਜੋ ਥਾਂ ਦਾ ਭੇਤੀ ਸੀ ਨੇ ਹਨੇਰੇ ਵਿੱਚ ਰੁੱਖਾਂ ਦੀ ਓਟ ਲੈ ਕੇ ਕਈ ਸਵਾਰ ਚੀਰ ਪਾੜ ਸੁੱਟੇ। ਇੰਨ ਨੂੰ ਪੈਦਲ ਬੰਦੂਕਚੀ ਪਹੁੰਚ ਗਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਆਵਾਜ਼ਾਂ ਤੇ ਹੋਣ ਵਾਲੇ ਖੜਕੇ ਨੂੰ ਸੁਣ ਕੇ ਵਾੜੇ ਵਾਲੇ ਸਿੰਘ ਵੀ ਜੈਕਾਰੇ ਛੱਡਦੇ ਹੋਏ ਨੱਸੇ ਆਏ। ਫੌਜ ਪਲ ਵੀ ਨਾ ਅੜੀ। ਜਿੱਧਰੋਂ ਆਏ ਸਨ ਉਧਰ ਹੀ ਤਿੱਤਰ ਬਿੱਤਰ ਹੋ ਗਏ। ਹਰਫਲੇ ਹੋਏ ਤੇ ਪਿਛਾਂਹ ਨੂੰ ਭੱਜੇ ਜਾਂਦੇ। ਇੱਕ ਬੁਜ਼ਦਿਲ ਦੀ ਗੋਲੀ ਬਘੇਲ ਸਿੰਘ ਦੇ ਆਣ ਵੱਜੀ। ਫੱਟ ਬੜਾ ਭਾਰੀ ਸੀ, ਸੋ ਸਿੰਘ ਸ਼ਹੀਦੀ ਜਾਮ ਪੀ ਗਿਆ। ਜਾਫਰ ਬੇਗ ਤੇ ਉਸ ਦੇ ਭਗੌੜੇ ਸੈਨਿਕਾਂ ਨੇ ਮਾੜੀ ਕੰਬੋ ਕੀ ਜੋ 2 ਕੋਹ ਦੇ ਫਾਸਲੇ ਤੇ ਹੈ ਜਾ ਦਮ ਲਿਆ। ਇੱਥੋਂ ਨੰਬਰਦਾਰਾਂ ਨੂੰ ਗੱਡੇ ਦੇ ਕੇ ਵਾਂ ਘਲਾਇਆ ਕਿ ਸਾਡੇ ਮਰਨ ਵਾਲਿਆਂ ਦੀਆਂ ਲਾਸ਼ਾਂ ਲਿਆ ਦਿਓ। ਨੰਬਰਦਾਰਾਂ ਭਾਈ ਸਾਹਿਬ ਨੂੰ ਜਾ ਬੇਨਤੀ ਕੀਤੀ ਕਿ ਫੌਜਦਾਰ ਮਿੰਨਤਾਂ ਕਰਦਾ ਹੈ ਕਿ ਲਾਸ਼ਾਂ ਤੇ ਫੱਟੜ ਸਾਨੂੰ ਦੇ ਦਿੱਤੇ ਜਾਣ। ਲਾਸ਼ਾਂ ਤੇ ਜ਼ਖਮੀ ਹੋਏ ਸੈਨਿਕ ਚੁੱਕ ਕੇ ਲੈ ਜਾਣ ਦੀ ਆਗਿਆ ਪਾ ਕੇ
ਨੰਬਰਦਾਰ ਨੇ ਇਹਨਾਂ ਨੂੰ ਲੱਦ ਕੇ ਮਾੜੀ ਕੰਬੋ ਕੇ ਲੈ ਆਂਦਾ। ਇੱਥੇ ਫੌਜਦਾਰ ਨੂੰ ਪਤਾ ਲੱਗਾ ਕਿ ਉਸ ਦਾ ਭਤੀਜਾ ਹਿੰਮਤ ਬੇਗ ਵੀ ਮਰਨ ਵਾਲਿਆਂ ਵਿੱਚ ਹੈ। ਫੌਜਦਾਰ ਨੇ ਬੜਾ ਸੋਗ ਮਨਾਇਆ। ਲਾਸ਼ਾਂ ਹਾਥੀ ਤੇ ਲੱਦ ਕੇ ਲਾਹੌਰ ਲੈ ਜਾ ਕੇ ਜ਼ਕਰੀਆ ਖਾਨ, ਜੋ ਥੋੜਾ ਅਰਸਾ ਪਹਿਲਾਂ ਨਾਜ਼ਮ ਬਣਿਆ ਸੀ, ਦੇ ਮੂਹਰੇ ਲਿਆ ਰੱਖੀਆਂ ਤੇ ਸਾਰੀ ਗੱਲ ਬੜੀ ਵਧਾ ਚੜਾ ਕੇ ਦੱਸੀ। ਕਿਹਾ ਕਿ ਭਾਈ ਤਾਰਾ ਸਿੰਘ ਦੀ ਤਾਕਤ ਦੀ ਕੋਈ ਥਾਂ ਨਹੀਂ, ਛੇਤੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਵੇਲਾ ਹੱਥ ਨਹੀਂ ਆਉਣਾ। ਜ਼ਕਰੀਆ ਖਾਨ ਤਾਂ ਆਇਆ ਹੀ ਸਿੱਖਾਂ ਦੀ ਅਲਖ ਮਕਾਉਣ ਲਈ ਸੀ। ਝੱਟ ਤਿਆਰੀ ਦਾ ਹੁਕਮ ਦਿੱਤਾ। 4 ਤੋਪਾਂ, 24 ਛੋਟੀਆਂ ਤੋਪਾਂ, ਰੈਕਲੇ ਜੋ ਊਠਾਂ ਤੇ ਫਿੱਟ ਹੁੰਦੇ ਹਨ, 3,000 ਸਵਾਰ ਤੇ ਪੈਦਲਾਂ ਨੂੰ ਭਾਈ ਤਾਰਾ ਸਿੰਘ ਉੱਤੇ ਚੜ੍ਹਾਈ ਦਾ ਹੁਕਮ ਹੋ ਗਿਆ। ਲਾਹੌਰ ਵਿਖੇ ਜਦ ਤਿਆਰੀ ਹੋ ਰਹੀ ਸੀ ਤਾਂ ਇੱਕ ਹਜੂਰਾ ਸਿੰਘ ਨਾਂ ਦੇ ਮਿਲਵਰਤਨੀਏ ਸਿੱਖ ਨੇ ਵਾਂ ਪੁੱਜ ਕੇ ਸਾਰੀ ਗੱਲ ਭਾਈ ਤਾਰਾ ਸਿੰਘ ਨੂੰ ਆਣ ਦੱਸੀ ਤੇ ਬੇਨਤੀ ਕੀਤੀ ਕਿ ਲਾਹੌਰ ਦੀ ਸੰਗਤ ਦੀ ਰਾਏ ਤੇ ਬੇਨਤੀ ਹੈ ਕਿ ਵਾੜਿਓਂ ਤੁਸੀਂ 2-4 ਦਿਨ ਲਈ ਲਾਂਭ ਚਾਂਭ ਹੋ ਜਾਓ। ਫੌਜ ਆਵੇਗੀ ਤੇ ਝੱਖ ਮਾਰ ਕੇ ਵਾਪਸ ਮੁੜ ਜਾਵੇਗੀ। ਤੁਸੀਂ ਮੁੜ ਵਾੜੇ ਆ ਡੇਰਾ ਕਰਨਾ, ਬਚਾਅ ਕਰ ਲੈਣ ਵਿੱਚ ਕੋਈ ਹਰਜ ਨਹੀਂ। ਸਿੰਘ ਇਸ ਹਮਦਰਦੀ ਦੇ ਸਤਿਕਾਰ ਵਜੋਂ ਸਤਲੁਜੋਂ ਪਾਰ ਹੋਣ ਲਈ ਤੁਰ ਪਏ। ਉਸ ਵੇਲੇ 52 ਕੁ ਸਿੰਘ ਨਾਲ ਸਨ। ਸਤਲੁਜ ਉਸ ਵੇਲੇ ਬਹਾਦਰ ਨਗਰ ਪਿੰਡ ਵਲਟੋਏ ਤੋਂ 3 ਕਿਲੋਮੀਟਰ ਦੱਖਣ ਚੜ੍ਹਦੇ ਵਿੱਚ ਤੇ ਵਲਟੋਹਾ ਰੇਲਵੇ ਸਟੇਸ਼ਨ ਤੋਂ ਸਿਰਫ ਅੱਧਾ ਕਿਲੋਮੀਟਰ ਦੇ ਬਿਲਕੁਲ ਨਾਲ ਵਗਦਾ ਸੀ ਤੇ ਇੱਥੇ ਪਤਨ ਪੈਂਦਾ ਸੀ। ਬੇੜੀ ਚੜ੍ਹਨ ਤੋਂ ਪਹਿਲਾਂ ਭਾਈ ਸਾਹਿਬ ਨੇ ਕਿਹਾ, ਵਾੜਾ ਮਾਲਕ ਦੇ ਹੁਕਮ ਤੋਂ ਬਿਨਾਂ ਹੀ ਛੱਡ ਕੇ ਆਪ ਮੁਹਾਰੇ ਹੀ ਆ ਗਏ ਹਾਂ, ਹੁਣ ਹੀ ਭੁੱਲ ਬਖਸ਼ਾ ਲਈਏ, ਹੁਕਮ ਲਈਏ ਕਿ ਉਸ ਦੀ ਕੀ ਰਜ਼ਾ ਹੈ। ਉਹਨਾਂ ਦੇ ਗਾਤਰੇ ਹਮੇਸ਼ਾ 10 ਗ੍ਰੰਥੀ ਹੁੰਦੀ ਸੀ। ਖੋਲ ਕੇ ਹੁਕਮਨਾਮਾ ਲਿਆ, ਜਿਸ ਦਾ ਭਾਵ ਅਰਥ ਇਹ ਸੀ ਕਿ ਜੋ ਕੁਝ ਹੋ ਰਿਹਾ ਹੈ ਤੇ ਅੱਗੇ ਹੋਵੇਗਾ ਸਭ ਕੁਝ ਮਾਲਕ ਦੇ ਭਾਣੇ ਵਿੱਚ ਹੈ। ਜੇ ਕੋਈ ਚਾਹੇ ਕਿ ਮੌਤ ਤੋਂ ਬਚਾ ਲਈ ਕਿਸੇ ਪਾਸੇ ਭੱਜ ਕੇ ਬਚ ਜਾਵੇ, ਇਹ ਨਹੀਂ ਹੋ ਸਕਦਾ। ਭਾਈ ਤਾਰਾ ਸਿੰਘ ਨੇ ਕਿਹਾ, ਜੋ ਹੁਕਮਨਾਮਾ ਬਖਸ਼ਿਸ਼ ਹੋਇਆ ਹੈ ਬਿਲਕੁਲ ਸਾਫ਼ ਸਪਸ਼ਟ ਹੈ ਕਿ ਅਸੀਂ ਅੱਗੇ ਨਹੀਂ ਜਾ ਸਕਦੇ। ਅਸੀਂ ਤਾਂ ਇੱਥੋਂ ਵਾਪਸ ਮੁੜਦੇ ਹਾਂ। ਜਿਸ ਦਾ ਜੀ ਕਰਦਾ ਅੱਗੇ ਚਲਿਆ ਜਾਵੇ। ਜਿਸ ਨੇ ਸਾਡੇ ਨਾਲ ਸ਼ਹਾਦਤ ਪ੍ਰਾਪਤ ਕਰਨੀ ਹੈ, ਖੁਸ਼ੀ ਨਾਲ ਆਵੇ। ਉਸ ਨਾਲ 19 ਸਿੰਘ ਵਾਪਸ ਵਾਂ ਮੁੜ ਆਏ, ਬਾਕੀ ਸਤਲੁਜੋਂ ਪਾਰ ਲੰਘ ਗਏ। ਇੱਥੇ ਆ ਕੇ ਉਹ ਮੁਗਲ ਫੌਜ ਦੀ ਉਡੀਕ ਵਿੱਚ ਬੈਠ ਗਏ। ਆਸ-ਪਾਸ ਦਿਆਂ ਲੋਕਾਂ ਨੂੰ ਦਿਸਦਾ ਸੀ ਕਿ ਭਾਣਾ ਬੀਤ ਕੇ ਰਹਿਣਾ ਹੈ। ਸਾਰੇ ਆ ਕਹਿਣ ਕਿ ਸਿੰਘੋ, ਕੁਝ ਦਿਨਾਂ ਲਈ ਟਿਕਾਣਾ ਹੋਰ ਕਿਤੇ ਕਰ ਲਓ, ਪਰ ਉਹ ਸ਼ਹਾਦਤ ਲਈ ਦ੍ਰਿੜ ਸਨ। ਲਾਹੌਰੋਂ ਚੜ੍ਹ ਕੇ ਆਉਣ ਵਾਲੀ ਫੌਜ ਦਾ ਕਮਾਂਡਰ ਮੋਮਨ ਖਾਨ ਸੀ। ਜਾਦੇ ਫੌਜ ਪਿੰਡ ਜਾਮਣ ਲਾਗੇ ਪੁੱਜੀ ਤਾਂ ਅੱਗੋਂ ਘਵਿੰਡ ਦੇ ਨੰਬਰਦਾਰ ਨੇ ਇਸ ਨੂੰ ਕਰਾਹੇ ਪਾ ਕੇ ਪਿੰਡ ਡੱਲ ਵੱਲ ਤੋਰ ਦਿੱਤਾ ਤੇ ਆਪਣੇ ਭਰਾਵਾਂ ਨੂੰ ਅਗਲਵਾਂਢੀ ਬਾਂ ਭੇਜ ਕੇ ਵਾੜੇ ਵਾਲਿਆਂ ਸਿੰਘਾਂ ਨੂੰ ਖਬਰ ਦੇ ਦਿੱਤੀ ਕਿ ਫੌਜ ਪਹੁੰਚ ਚੁੱਕੀ ਹੈ ਤੇ ਤੁਸੀਂ ਆਸਾ ਪਾਸਾ ਕਰ ਲਵੋ। ਫਿਰ ਇੱਕ ਫੌਜ ਦਾ ਪਠਾਨ ਸਿਪਾਹੀ ਵੀ ਅੱਖ ਬਚਾ ਕੇ ਵਾਂ ਭਾਈ ਤਾਰਾ ਸਿੰਘ ਪਾਸ ਪੁੱਜਾ ਤੇ ਕਿਹਾ ਕਿ ਸਿੰਘ ਸਰਦਾਰੋ, ਤੁਸੀਂ ਕੁਝ ਸਮੇਂ ਲਈ ਇਕਲਵਾਂਝੇ ਚਲੇ ਜਾਓ। ਫੌਜ ਨੇ ਇੱਥੇ ਬਹੁਤਾ ਚਿਰ ਠਹਿਰਨਾ ਨਹੀਂ, ਤੁਸੀਂ ਫਿਰ ਆ ਜਾਣਾ। ਦਿੱਲੀ ਹਮਦਰਦੀ ਕਰਕੇ ਮੈਂ ਤੁਹਾਡੇ ਪਾਸ ਆਇਆ ਹਾਂ। ਭਾਈ ਤਾਰਾ ਸਿੰਘ ਨੇ ਉਸ ਬੁੱਢੇ ਤੇ ਨੇਕ ਦਿਲ ਪਠਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹਾਦਤ ਦਾ ਮੌਕਾ ਹੱਥੋਂ ਗਵਾਉਣਾ ਅਸੀਂ ਉਚਿਤ ਨਹੀਂ ਸਮਝਦੇ। ਹਾਂ, ਤੁਸੀਂ ਖਾਤਰ ਜਮ੍ਹਾਂ ਰੱਖੋ, ਲੜਾਈ ਵਿੱਚ ਅਸੀਂ ਤੁਹਾਡੇ ਵਰਗੇ ਸਾਊ ਤੇ ਨੇਕ ਦਿਲ ਬਜ਼ੁਰਗ ਤੇ ਵਾਰ ਨਹੀਂ ਕਰਾਂਗੇ। ਤੁਸੀਂ ਹੁਣ ਛੇਤੀ ਸੂਰਜ ਦਾ ਚਾਨਣ ਹੋਣ ਤੋਂ ਪਹਿਲਾਂ ਵਾਪਸ ਆਪਣੀ ਫੌਜ ਵਿੱਚ ਚਲੇ ਜਾਓ। ਐਸਾ ਨਾ ਹੋਵੇ ਕਿ ਸਾਡੇ ਨਾਲ ਇਸ ਹਮਦਰਦੀ ਕਾਰਨ ਤੁਸੀਂ ਕਿਸੇ ਮੁਸੀਬਤ ਵਿੱਚ ਫਸ ਜਾਵੋ। ਤੁਹਾਨੂੰ ਕੋਈ ਤਕਲੀਫ ਆਈ ਤਾਂ ਸਾਨੂੰ ਬਹੁਤ ਦੁੱਖ ਹੋਵੇਗਾ। ਲਾਚਾਰ ਇਹ ਨੇਕ ਪਠਾਨ ਸਿਪਾਹੀ ਵਾਪਸ ਫੌਜ ਵਿੱਚ ਜਾ ਮਿਲਿਆ। ਸਾਰਿਆਂ ਸਿੰਘਾਂ ਨੂੰ ਭਾਈ ਸਾਹਿਬ ਨੇ ਹੱਥੀਂ ਕੇਸੀ ਇਸ਼ਨਾਨ ਕਰਵਾ ਕੇ ਸ਼ਹੀਦੀ ਬਾਣੇ ਪਹਿਨਾਏ, ਅਰਦਾਸ ਕਰਕੇ ਜੈਕਾਰੇ ਛੱਡੇ ਤੇ ਧੌਂਸੇ ਉੱਤੇ ਚੋਟ ਲਾ ਦਿੱਤੀ। ਫੌਜ ਜੋ ਪਿੰਡ ਡੱਲ ਘੇਰੀ ਬੈਠੀ ਸੀ, ਆਵਾਜ਼ ਸੁਣ ਕੇ ਉਸੇ ਵੇਲੇ ਮਾਰੋ ਮਾਰ ਕਰਦੀ ਪਿੰਡ ਵਾਂ ਆਣ ਪੁੱਜੀ ਤੇ ਆਉਂਦਿਆਂ ਲੜਾਈ ਸ਼ੁਰੂ ਹੋ ਗਈ। ਫੌਜ ਨੇ ਹਿਸ਼ ਹੱਲੇ ਕੀਤੇ, ਪਰ ਸਿੰਘਾਂ ਨੇ ਥੋੜੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਸਾਰੇ ਹੱਲੇ ਪੁੱਠੇ ਪੈਰੀ ਪਿਛਾਂ ਤੱਕ ਦਿੱਤੇ। ਤੱਕੀ ਬੇਗ ਭਾਈ ਤਾਰਾ ਸਿੰਘ ਹੱਥੋਂ ਬਰਛਾ ਮੂੰਹ ਵਿੱਚ ਖਾ ਕੇ ਪਿਛਾਂ ਮੁੜਿਆ।
ਇਸ ਨੂੰ ਆਪਣੇ ਜ਼ਰਾ ਬਖਤਰ ਤੇ ਬੜਾ ਮਾਣ ਸੀ, ਕਿਉਂਕਿ ਸਿਰ ਤੋਂ ਪੈਰਾਂ ਤੀਕ ਲੋਹੇ ਵਿੱਚ ਮੜਿਆ ਹੋਇਆ ਸੀ ਤੇ ਸਮਝਦਾ ਸੀ ਦੁਸ਼ਮਣ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਪਰ ਇਸ ਨੂੰ ਅਜ਼ਲ ਘੇਰ ਕੇ ਭਾਈ ਤਾਰਾ ਸਿੰਘ ਦੇ ਸਾਹਮਣੇ ਲੈ ਆਈ। ਤੱਕੀ ਬੇਗ ਦਾ ਮੂੰਹ ਨੰਗਾ ਸੀ, ਜੋ ਭਾਈ ਤਾਰਾ ਸਿੰਘ ਦੀ ਨਿਗਾਹ ਪੈ ਗਿਆ। ਅੱਗੇ ਵੱਧ ਕੇ ਨੇਜਾ ਤੋਲ ਕੇ ਐਸਾ ਭਰਪੂਰ ਹੱਥ ਮਾਰਿਆ ਕਿ ਨੇਜੇ ਦੀ ਅਣੀ ਮੂੰਹ ਥਾਣੀ ਗਿੱਚੀ ਵਿੱਚ ਜਾ ਨਿਕਲੀ। ਖੂਨ ਦਾ ਫੁਹਾਰਾ ਛੁੱਟ ਪਿਆ। ਲਹੂ ਲੁਹਾਨ ਮੂੰਹ ਲੈ ਕੇ ਜਦ ਪਛਾਂ ਹਟਿਆ ਤਾਂ ਮੋਮਨ ਖਾਨ ਨੇ ਜਦ ਤੱਕਿਆ ਤਾਂ ਮਖੌਲ ਨਾਲ ਕਿਹਾ ਕਿ ਖਾਨ ਸਾਹਿਬ ਪਾਨ ਖਾ ਰਹੇ ਹੋ। ਇਹ ਜ਼ਖਮ ਤੇ ਲੂਣ ਪਾਉਣ ਵਾਲੀ ਗੱਲ ਸੀ। ਉਸ ਅੱਗੋਂ ਸੜੇ ਹੋਏ ਨੇ ਕਿਹਾ ਕਿ ਹਾਂ, ਪਾਨ ਹੀ ਖਾ ਰਿਹਾ ਹਾਂ, ਤੁਹਾਡਾ ਵੀ ਜੀ ਕਰਦਾ ਤਾਂ ਅੱਗੇ ਹੋ ਕੇ ਲੈ ਲਓ। ਤਾਰਾ ਸਿੰਘ ਪਾਨ ਬੀੜੇ ਵੰਡਦਾ ਪਿਆ ਜੀ। ਇਸੇ ਜ਼ਖਮ ਨਾਲ ਤੱਕੀ ਬੇਗ ਮਰਿਆ। ਦੋਹੀਂ ਪਾਸੀਂ ਘਾਣ ਲੱਥ ਗਏ। ਇਹ ਅਸਾਮੀ ਲੜਾਈ ਸਾਰਾ ਦਿਨ ਸੂਰਜ ਛਿਪਣ ਤੱਕ ਜਾਰੀ ਰਹੀ। ਲਾਹੌਰੀ ਫੌਜ ਤੌਬਾ ਤੌਬਾ ਬੋਲ ਉੱਠੀ। ਉਹਨਾਂ ਨੂੰ ਮਾਣ ਸੀ ਕਿ ਜਾਂਦਿਆਂ ਹੀ ਨੱਪ ਲਵਾਂਗੇ, ਪਰ ਜਦੋਂ ਸਾਹਮਣਿਓਂ ਠੁਕਣ ਲੱਗ ਪਈਆਂ ਤਾਂ 14 ਤਬਕ ਰੌਸ਼ਨ ਹੋ ਗਏ। ਵਾੜੇ ਦੇ ਦੁਆਲੇ ਜੰਡ, ਰੇਰੂ, ਕਕੀਰ ਤੇ ਬਹੁਤ ਮਲਾ ਸੀ, ਜਿਨ੍ਹਾਂ ਨੇ ਸਿੰਘਾਂ ਦੀ ਬਹੁਤ ਸਹਾਇਤਾ ਕੀਤੀ। ਪਾਣੀ ਵਾਲੀ ਢਾਬ ਦੇ ਲਾਗੇ ਸਿੰਘਾਂ ਨੇ ਸੈਨਾ ਨੂੰ ਟੁਕਣ ਨਾ ਦਿੱਤਾ। ਲੜਾਈ ਦਾ ਰੌਲਾ ਸੁਣ ਕੇ ਪਿੰਡ ਕਰਬਾਠਾਂ ਪਾਕਿਸਤਾਨ ਦੇ 2 ਭਰਾ ਜੋ ਗੱਡਾ ਲੈ ਕੇ ਖੇਤਾਂ ਵਿੱਚ ਪਾਉਣ ਲਈ ਕਲਰ ਇਕੱਠਾ ਕਰਨ ਆਏ ਸਨ, ਪਤਾ ਲੱਗਣ ਤੇ ਕਿ ਫੌਜ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ ਹੈ, ਸਭ ਕੁਝ ਛੱਡ ਕੇ ਸਿੰਘਾਂ ਵਿੱਚ ਆਣ ਮਿਲੇ ਤੇ ਇੱਥੇ ਨਾਲ ਹੀ ਸ਼ਹੀਦ ਹੋ ਗਏ। ਇੱਧਰ ਭਾਈ ਤਾਰਾ ਸਿੰਘ ਨਾਲ 21 ਸਿੰਘ ਤੇ ਦੂਜੇ ਪਾਸੇ ਤੋਪਖਾਨਾ ਤੇ ਸਿਪਾਹੀਆਂ ਦਾ ਟਿੱਡੀ ਦਲ। ਸੋ ਇਸ ਕਿਸਮ ਦੀ ਅਸਾਮੀ ਲੜਾਈ ਕਿੰਨਾ ਕੁ ਚਿਰ ਚੱਲਦੀ। ਇੱਕ ਇੱਕ ਕਰਕੇ ਕਈਆਂ ਨੂੰ ਥਾਂ ਰੱਖ ਕੇ ਸਿੰਘ ਸ਼ਹੀਦ ਹੁੰਦੇ ਗਏ। ਸਭ ਤੋਂ ਅਖੀਰ ਵਿੱਚ ਸ਼ਹੀਦ ਹੋਣ ਵਾਲਾ ਭਾਈ ਤਾਰਾ ਸਿੰਘ ਸੀ। ਸਾਰਾ ਸਰੀਰ ਜ਼ਖਮਾਂ ਨਾਲ ਚੂਰ ਹੋਇਆ ਪਿਆ ਸੀ, ਪਰ ਅਜੇ ਵੀ ਨੇਜਾ ਹੱਥ ਵਿੱਚ ਲਈ ਲਾਗੇ ਢੁਕਣ ਵਾਲਿਆਂ ਨੂੰ ਧੁਰਦੇ ਪਰਵਾਨੇ ਦੇਈ ਜਾ ਰਿਹਾ ਸੀ। ਹਾਥੀ ਅੱਗੇ ਕਰਕੇ ਵੱਡੀ ਗਿਣਤੀ ਨੇ ਸੱਜਿਓਂ ਖੱਬਿਓਂ ਇਸ ਇੱਕ ਆਦਮੀ ਤੇ ਹੱਲਾ ਬੋਲਿਆ। ਦੀਵਾ ਬੁਝਣ ਤੋਂ ਪਹਿਲਾਂ ਉਸ ਦੀ ਲਾਟ ਉਤਾਂਹ ਨੂੰ ਉੱਭਰਦੀ ਹੈ ਤੇ ਫਿਰ ਉਹ ਇੱਕਦਮ ਸਮਾਪਤ ਹੋ ਜਾਂਦੀ ਹੈ। ਅੰਤ ਸਮਾਂ ਨੇੜੇ ਟੁੱਕਾ ਸੀ। ਭਾਈ ਤਾਰਾ ਸਿੰਘ ਹੁਣ ਇਸ ਵੇਲੇ ਖੂਨ ਨੁੱਚੜ ਚੁੱਕਣ ਦੇ ਬਾਵਜੂਦ ਵੈਰੀਆਂ ਲਈ ਮਲਕਲ ਮੌਤ ਬਣਿਆ ਹੋਇਆ ਸੀ। ਠਰਮੇ ਨਾਲ ਵਾਰ ਝੱਲ ਰਿਹਾ ਤੇ ਫੱਟ ਖਾ ਰਿਹਾ, ਪੁਰਜਾ ਹੋ ਕੇ ਧਰਤੀ ਤੇ ਡਿੱਗਾ। ਸੂਰਮੇ ਮੰਜੀਆਂ ਤੇ ਅੱਡੀਆਂ ਰਗੜ ਨਹੀਂ ਮਰਿਆ ਕਰਦੇ। ਜੰਗ ਦਾ ਮੈਦਾਨ ਉਹਨਾਂ ਦਾ ਆਖਰੀ ਸੇਜ ਹੋਇਆ ਕਰਦੀ ਹੈ। ਵਾੜਿਓਂ ਬਾਹਰ ਲਹੂ ਮਿੱਝ ਨਾਲ ਲੱਥ-ਪੱਥ ਹੋਈ ਅੰਤਲੀ ਸੇਜ ਉੱਤੇ ਵੈਰੀ ਦੀਆਂ ਲਾਸ਼ਾਂ ਨਾਲ ਪੈ ਗਿਆ। ਨੇਜਾ ਅਜੇ ਵੀ ਉਸ ਦੇ ਹੱਥ ਵਿੱਚ ਸੀ। ਜਾਪਦਾ ਸੀ ਭਬਕ ਕੇ ਉੱਠਿਆ। ਕਈ ਪਲ ਦੁਸ਼ਮਣ ਲਾਗੇ ਨਹੀਂ ਟੁਕਿਆ। ਫੱਗਣ ਦੇ ਡੁੱਬਦੇ ਸੂਰਜ ਦੀ ਲਾਲੀ ਲਾਲੋ ਲਾਲ ਹੋਏ ਮੈਦਾਨ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰ ਰਹੀ ਸੀ। ਇਹ ਘਟਨਾ ਫੱਗਣ 1726 ਈਸਵੀ ਦੀ ਹੈ। ਫੌਜ ਨੇ ਰਾਤ ਇੱਥੇ ਪੜਾਅ ਕੀਤਾ। ਭਾਈ ਤਾਰਾ ਸਿੰਘ ਨਾਲ ਸ਼ਹੀਦ ਹੋਏ ਸਿੰਘਾਂ ਦੇ ਸਿਰ ਵੱਢ ਕੇ ਬੋਰਿਆਂ ਵਿੱਚ ਪਾ ਲਏ। ਸਵੇਰੇ ਮੁਰਦੇ ਦਬਾ ਕੇ ਮੋਮਨ ਖਾਨ ਲਾਹੌਰ ਅੱਪੜਿਆ। ਸ਼ਹੀਦ ਹੋਏ ਸਿੰਘਾਂ ਦੇ ਸਿਰ ਜ਼ਕਰੀਆ ਖਾਨ ਦੇ ਪੇਸ਼ ਕੀਤੇ ਗਏ। ਲੜਾਈ 'ਚ ਹੋਏ ਜਾਨੀ ਨੁਕਸਾਨ ਦੀ ਜਦ ਤਫਸੀਲ ਦੱਸੀ ਗਈ ਤਾਂ ਜ਼ਕਰੀਆ ਖਾਨ ਦੀ ਸਾਰੀ ਖੁਸ਼ੀ ਉੱਡ ਗਈ। ਸਿਰਫ ਇੰਨਾ ਮੂੰਹੋਂ ਨਿਕਲਿਆ, ਯਾ ਖੁਦਾ, ਇਹ ਲੋਕ ਕਾਹਦੇ ਬਣੇ ਹੋਏ ਹਨ। ਪੰਜਾਬ ਦਾ ਗਵਰਨਰ ਬਣਨ ਤੋਂ ਬਾਅਦ ਜ਼ਕਰੀਆ ਖਾਨ ਵੱਲੋਂ ਸਿੱਖਾਂ ਨੂੰ ਇਹ ਪਹਿਲਾ ਵੱਡਾ ਤੋਹਫਾ ਸੀ। ਨੋਟ: ਏਡੇ ਵੱਡੇ ਟਿੱਡੀ ਦਲ ਨਾਲ ਸਾਰਾ ਦਿਨ ਲੜਨਾ ਤੇ ਉਸ ਨੂੰ ਵਾੜੇ ਲਾਗੇ ਨਾ ਢੁਕਣ ਦੇਣਾ। ਇਸ ਗੱਲ ਨੂੰ ਕਈ ਸ਼ੱਕ ਦੀ ਨਿਗਾਹ ਨਾਲ ਵੇਖਣਗੇ, ਕੋਈ ਇਸ ਨੂੰ ਅਤ ਕਥਨੀ ਕਹਿਣਗੇ। ਲੜਾਈਆਂ ਗਿਣਤੀਆਂ ਤੇ ਨਿਰੇ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ। ਇਸ ਲਈ ਚੜ੍ਹਦੀ ਕਲਾ, ਹੌਸਲਾ, ਦਲੇਰੀ, ਨਿਡਰਤਾ, ਲੜਾਈ ਦੇ ਉਦੇਸ਼ ਨਾਲ ਪਿਆਰ ਤੇ ਯੋਗ ਆਗੂ ਦੀ ਅਗਵਾਈ, ਜੋ ਮੂਹਰਲੀਆਂ ਸਫ਼ਰਾਂ ਵਿੱਚ ਹੋ ਕੇ ਲੜੇ, ਦੀ ਲੋੜ ਹੁੰਦੀ ਹੈ। ਲੜਾਈ ਨੂੰ ਕਿੰਨਾ ਸਮਾਂ ਲੱਗੇਗਾ ਇਸ ਦੀ ਕੋਈ ਪਾਬੰਦੀ ਨਹੀਂ ਹੁੰਦੀ। ਭਾਈ ਤਾਰਾ ਸਿੰਘ ਤੇ ਇਸ ਦੇ ਸਾਥੀ ਸਿੰਘਾਂ ਵਿੱਚ ਉੱਪਰਲੇ ਸਾਰੇ ਗੁਣ ਵੱਧ ਚੜ੍ਹ ਕੇ ਸਨ। ਇਸ ਤੋਂ 22-23 ਸਾਲ ਪਹਿਲਾਂ ਚਮਕੌਰ ਤੇ ਮੁਕਤਸਰ ਦੀਆਂ ਲੜਾਈਆਂ ਵਿੱਚ ਇਹਨਾਂ ਜੌਹਰਾਂ ਦੀ ਬੜੇ ਵੱਡੇ ਪੈਮਾਨੇ ਤੇ ਪ੍ਰਦਰਸ਼ਨੀ ਹੋਈ ਸੀ। 21 ਸੂਰਮਿਆਂ ਦਾ ਏਡੀ ਵੱਡੀ ਫੌਜ ਨੂੰ ਪੂਰਾ ਦਿਨ ਡੱਕ ਛੱਡਣਾ
ਤੇ ਆਪਣੇ ਨਾਲੋਂ ਕਈ ਗੁਣਾ ਵੱਧ ਨੂੰ ਮਾਰ ਕੇ ਮਰਨਾ ਕੋਈ ਅਚੰਭਾ ਜਾਂ ਆਤਕਥਨੀ ਨਹੀਂ। ਅੱਜ ਦੇ ਦੌਰ ਵਿੱਚ ਵੀ ਇਹੋ ਕੁਝ ਵੇਖਣ ਵਿੱਚ ਆ ਰਿਹਾ ਹੈ। ਲਾਲੂ ਘੁੰਮਣ, ਜ਼ਿਲ੍ਹਾ ਤਰਨਤਾਰਨ, ਸਿੱਖ ਖਾੜਕੂਆਂ ਨਾਲ ਪੁਲਿਸ ਮੁਕਾਬਲਾ ਹੋਇਆ ਜੋ ਇੱਕ ਦਿਨ ਤੇ ਰਾਤ ਚੱਲਦਾ ਰਿਹਾ। ਡਿਆਲਾਂ ਵਿਖੇ ਪੁਲਿਸ ਜ਼ਿਲ੍ਹਾ ਤਰਨਤਾਰਨ ਮੁਕਾਬਲਾ ਹੋਇਆ। ਸਾਰਾ 6-7 ਕਨਾਲਾਂ ਕਮਾਦ ਪੁਲਿਸ CRPF ਦਾ ਕੋਈ ਹਿਸਾਬ ਨਾ। ਅੰਦਰ ਕੋਟਿਆਂ ਤੇ ਗਿਣੇ ਜਾਣ ਵਾਲੇ ਟਾਕਰਾ 60 ਘੰਟਿਆਂ ਤੋਂ ਵੀ ਉੱਤੇ ਚੱਲਿਆ। ਰਟੌਲਾਂ ਵਿਖੇ ਕੀ ਕੁਝ ਬਣਿਆ, ਸਮੇਂ ਤੇ ਨਤੀਜੇ ਦੇ ਵਿਸਥਾਰ ਦੀ ਲੋੜ ਨਹੀਂ। 8 ਜੂਨ 1992 ਨੂੰ ਪਿੰਡ ਬਹਿਲਾ ਜੋ ਰਟੌਲਾਂ ਦੇ ਲਾਗੇ ਹੀ ਹੈ, ਕਿਹੋ ਜਿਹਾ ਮੁਕਾਬਲਾ ਤੇ ਕਿੰਨੇ ਘੰਟੇ ਚੱਲਿਆ ਤੇ ਉਸ ਵਿੱਚ ਹਿੱਸਾ ਕਿਹੜੀਆਂ ਫੋਰਸਾਂ ਨੇ ਲਿਆ ਤੇ ਅੰਦਰ ਅਸਲ ਲੜਾਕੇ ਕਿੰਨੇ ਸਨ, ਕਿਸੇ ਤੋਂ ਸੱਚ ਛਿਪਿਆ ਨਹੀਂ। ਅੱਜ ਤੋਂ ਕੁਝ ਸਾਲਾਂ ਬਾਅਦ ਜਾ ਕੇ ਇਹ ਮੁਕਾਬਲੇ ਵੀ ਸ਼ਾਇਦ ਅਤਕਥਨੀ ਬਣ ਜਾਣ। ਹਕੀਕਤ ਇਹ ਹੈ ਕਿ ਵਾਂ ਵਾਲਾ ਸਾਕਾ ਬਿਲਕੁਲ ਕੋਈ ਗਲਤ ਬਿਆਨੀ ਜਾਂ ਅਤਕਥਨੀ ਨਹੀਂ। ਜਿੱਥੇ ਜਿੱਥੇ ਉਤਲੀ ਸਪਿਰਟ ਵਾਲਾ ਕੋਈ ਲੜੇਗਾ, ਨਤੀਜੇ ਐਸੇ ਹੀ ਨਿਕਲਣਗੇ ਜਿਨ੍ਹਾਂ ਨੂੰ ਅਕਲ ਛੇਤੀ ਛੇਤੀ ਮੰਨਣੋਂ ਅਸਮਰੱਥ ਹੋਵੇਗੀ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 28। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।